किताब विपरण की रीत तो सच दा मार्ग भाग पंजवां। लेखक सरदार गुरबख्श सिंह काला अफगाना। चौथे कांड का 6वां भाग गुरसिੱਖੀ ਵਿੱਚ ਕੇਸਾਂ ਦਾ ਅਤੇ ਦਸਤਾਰ ਦਾ ਸਤਿਕਾਰ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੋਮਾਂ ਦੀ ਬੇਅਦਬੀ ਚੌਥੀ ਬੱਜਰ ਕੁਰੈਤ ਹੈ। ਸਰੀਰ ਤੇ ਉੱਗੇ ਸਾਰੇ ਰੋਮ ਅਥਵਾ ਕੇਸ ਅਕਾਲ ਪੁਰਖ ਦੀ ਦਾਤ ਸਮਝ ਕੇ ਸੰਭਾਲ ਕਰੀ ਰੱਖਣੀ ਗੁਰੂ ਪਰਮੇਸ਼ਵਰ ਜੀ ਦਾ ਹੁਕਮ ਹੈ। ਸਿੱਖੀ ਦਾ ਦਿਸਦਾ ਸਰੂਪ ਕਦੇ ਦਾ ਅਲੋਪ ਹੋ ਜਾਂਦਾ ਜੇ ਕੇਸਾਂ ਦੀ ਬੇਅਦਬੀ ਨੂੰ ਬੱਜਰ ਕੁਰੈਤ ਨਾ ਮੰਨਿਆ ਗਿਆ ਹੁੰਦਾ। ਪੰਜਾਂ ਕਕਾਰਾਂ ਵਿੱਚੋਂ ਕੇਸ ਪ੍ਰਮੁੱਖ ਹਨ। ਭਾਈ ਨੰਦ ਲਾਲ ਸਿੰਘ ਜੀ ਦਾ ਫਰਮਾਨ ਹੈ ਕਿ ਕੇਸਾਂ ਤੋਂ ਬਿਨਾਂ ਸਿੱਖੀ ਦੇ ਬਾਕੀ 4 ਕਕਾਰ ਵਿਅਰਥ ਹਨ। ਬਿਨਾਂ ਕੇਸ ਹੇਚ ਅੰਧ ਈ ਜੁਮਲਾ ਨਿਸ਼ਾ। ਭਾਵੇਂ ਕਿਸੇ ਵੀ ਧਰਮ ਦਾ ਹੋਵੇ, ਕੁਦਰਤ ਦੀ ਅਦੁੱਤੀ ਬਖਸ਼ਿਸ਼ ਸੁੱਚੇ ਕੇਸਾਂ ਵਾਲਾ ਚਿਹਰਾ ਵੇਖ ਕੇ ਹਿਰਦਾ ਗਦ-ਗਦ ਹੋ ਜਾਂਦਾ ਹੈ। ਰਹਿਤਨਾਮਿਆਂ ਵਿਰੁੱਧ ਕਈ ਪ੍ਰਕਾਰ ਦੇ ਕਿੰਤੂ ਪਰੰਤੂ ਸੁਣਨ ਵਿੱਚ ਆਉਂਦੇ ਹਨ, ਕਿਉਂਕਿ ਸਿਵਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੇ ਸਿੱਖ ਧਰਮ ਦਾ ਅਜਿਹਾ ਕੋਈ ਗ੍ਰੰਥ ਨਹੀਂ ਹੈ ਜਿਸ ਬਾਰੇ ਪੂਰੇ ਭਰੋਸੇ ਨਾਲ ਕਿਹਾ ਜਾ ਸਕੇ ਕਿ ਉਹ ਵਿਰੋਧੀਆਂ ਦੀ ਅਥਵਾ ਪੁਰੋਹਿਤਾਂ ਦੀ ਛੇੜਛਾੜ ਤੋਂ ਬਚਿਆ ਹੋਇਆ ਹੈ। ਇਹੀ ਕਾਰਨ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਗਿਆਨ ਬਾਰੇ ਕੋਈ ਵੀ ਸੁਹਿਰਦ ਵਿਦਵਾਨ ਕਿਸੇ ਪ੍ਰਕਾਰ ਦਾ ਕੋਈ ਅਜਿਹਾ ਕਿੰਤੂ ਪਰੰਤੂ ਖੜਾ ਨਹੀਂ ਕਰ ਸਕਿਆ ਜਿਸ ਦਾ ਤੋੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਨਾ ਲੱਭ ਸਕਦਾ ਹੋਵੇ। ਜੇ ਕਦੇ ਕਿਸੇ ਮੰਦਭਾਗੇ ਨਿੰਦਕ ਨੇ ਅਜਿਹੀ ਭੁੱਲ ਕੀਤੀ ਹੈ ਤਾਂ ਉਸ ਨੇ ਆਪਣੀ ਭੁੱਲ ਲਈ ਗਿੜਗੜਾ ਕੇ ਖਿਮਾ ਵੀ ਜ਼ਰੂਰ ਮੰਗੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਹਰ ਸ਼ਬਦ ਗੁਰਸਿੱਖ ਲਈ ਰੱਬੀ ਫਰਮਾਨ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ਼ਟ ਮੰਨ ਕੇ ਸੀਸ ਝੁਕਾਉਣ ਵਾਲੇ ਲਈ ਜ਼ਰੂਰੀ ਹੈ ਕਿ ਉਹ ਬਿਨਾਂ ਕਿਸੇ ਕਿੰਤੂ ਪਰੰਤੂ ਦੇ ਗੁਰਬਾਣੀ ਦੇ ਹਰ ਹੁਕਮ ਦੀ ਪਾਲਣਾ ਕਰਨ ਦਾ ਪ੍ਰਣ ਕਰੇ, ਕਿਉਂਕਿ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ ਅਤੇ ਨਿਉਣ ਦਾ ਅਰਥ ਹੀ ਤੇਰੇ ਹੁਕਮ ਵਿੱਚ ਰਹਿਣ ਦਾ ਪ੍ਰਣ ਹੈ। ਮੈਂ ਅੱਜ ਤੋਂ ਇਹ ਸਿਰ ਤੈਨੂੰ ਸੌਂਪਿਆ, ਭਾਵ ਹੇ ਸੱਚੇ ਪਿਤਾ ਜੀਓ, ਹੁਣ ਤੋਂ ਮੈਂ ਆਪਣੀ ਸੋਚ ਤੇਰੀ ਅਗਵਾਈ ਵਿੱਚ ਕਰਦਾ ਹਾਂ। ਤੁਧਨੋਂ ਨਿਵਣ ਮੰਨਣ ਤੇਰਾ ਨਾਉ। ਪੰਨਾ 878। ਰਾਖਾ ਸੌਂ ਜਾਏ ਤਾਂ ਖੇਤੀ ਨੂੰ ਉਜਾੜਨ ਵਾਲੀਆਂ ਕਈ ਬਲਾਵਾਂ ਆ ਘੇਰਾ ਪਾਉਂਦੀਆਂ ਹਨ। ਕੇਂਦਰੀ ਜਥੇਦਾਰ ਦੀ ਅਣਗਹਿਲੀ ਦੇ ਕਾਰਨ ਪੰਥਕ ਰਹਿਤ ਮਰਜ਼ਾਦਾ ਦਾ ਸਨਮਾਨ ਐਵੇਂ ਨਾ ਮਾਤਰ ਹੀ ਰਹਿ ਗਿਆ ਹੈ। ਡੇਰੇਦਾਰ ਸਾਧਾਂ ਸੰਤਾਂ ਦੀ ਕੁਟਲਤਾ ਦੇ ਕਾਰਨ ਪੰਥ ਵਿੱਚ ਕਈ ਰਹਿਤ ਮਰਜ਼ਾਦਾ ਚਾਲੂ ਹਨ। ਇਹੀ ਕਾਰਨ ਹੈ ਕਿ ਗੁਰੂ ਪੰਥ ਵਿਪਰਨ ਕੀ ਰੀਤ ਦਾ ਧਾਰਨੀ ਬਣ ਕੇ ਸਤਿਗੁਰਾਂ ਦੀ ਨਜ਼ਰ ਵਿੱਚ ਬੇਪਰਤੀਤਾ ਹੁੰਦਾ ਜਾਂਦਾ ਹੋਇਆ ਵੀ ਆਪਣੇ ਆਪ ਨੂੰ ਨਿਆਰਾ ਗੁਰੂ ਦਾ ਖਾਲਸਾ ਸਮਝਣ ਦੇ ਭਰਮ ਵਿੱਚ ਫਸਦਾ ਹੀ ਤੁਰਿਆ ਜਾ ਰਿਹਾ ਹੈ। ਜਬ ਇਹ ਗਾਹੇ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਇਹ ਤਾੜਨਾ ਐਵੇਂ ਕਹਿਣ ਸੁਣਨ ਦਾ ਹੀ ਵਿਸ਼ਾ ਬਣ ਕੇ ਰਹਿ ਗਈ ਹੋਈ ਹੈ। ਪੰਥਕ ਸਿੱਖ ਰਹਿਤ ਮਰਜ਼ਾਦਾ ਬਾਰੇ ਵੀ ਕਈ ਤਰ੍ਹਾਂ ਦੇ ਬੜੇ ਠੋਸ ਇਤਰਾਜ਼ ਪੈਦਾ ਹੋ ਰਹੇ ਹਨ। ਅੱਜ ਦੀ ਅੰਧੇਰਗਰਦੀ ਵਿੱਚ ਸੁਹਿਰਦ ਗੁਰਸਿੱਖਾਂ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਰਮਾਨ ਸਦੀਵੀ ਸੇਧ ਲੈਂਦੇ ਰਹਿਣ ਦਾ ਕੇਵਲ ਮਾਤਰ ਸਾਧਨ ਹਨ। ਇਸ ਪੁਸਤਕ ਦੇ ਲਿਖਣ ਦਾ ਮੁੱਖ ਮੰਤਵ ਗੁਰਬਾਣੀ ਸਿਧਾਂਤ ਨੂੰ ਉਜਾਗਰ ਕਰਨਾ ਅਤੇ ਵਿਪਰਨ ਕੀ ਰੀਤ ਦੇ ਹਰ ਪੱਖ ਨੂੰ ਸਮਝਣ ਦਾ ਹੈ। ਸੋ ਆਓ ਕੇਸਾਂ ਦੇ ਸਤਿਕਾਰ ਬਾਰੇ ਅਤੇ ਗੁਰਸਿੱਖੀ ਵਿੱਚ ਦਸਤਾਰ ਦੇ ਸਤਿਕਾਰ ਬਾਰੇ ਗੁਰਬਾਣੀ ਸਿਧਾਂਤ ਨੂੰ ਸਮਝੀਏ। ਗੁਰਬਾਣੀ ਦੀ ਵਿਚਾਰ ਤੋਂ ਦਾਸ ਜੋ ਕੁਝ ਸਪਸ਼ਟ ਕਰਨਾ ਚਾਹੁੰਦਾ ਹੈ ਉਸ ਨੂੰ ਠੀਕ ਤਰ੍ਹਾਂ ਸਮਝਣ ਲਈ ਪਹਿਲਾਂ ਗੁਰਮਤਿ ਸਿਧਾਂਤ ਦੇ 4 ਜ਼ਰੂਰੀ ਪੱਖਾਂ, ਜਿਨ੍ਹਾਂ ਦਾ ਜ਼ਿਕਰ ਪੁਸਤਕ ਵਿੱਚ ਕਈ ਥਾਈਂ ਆ ਚੁੱਕਾ ਹੈ, ਦੀ ਯਾਦ ਤਾਜ਼ਾ ਕਰ ਲੈਣ ਦੀ ਲੋੜ ਹੈ। ਨੰਬਰ 1, ਨਿਰਵੈਰਤਾ। ਸਿਰਜਣਹਾਰ ਪ੍ਰਭੂ ਆਪਣੇ ਸਾਰੇ ਜੀਆਂ ਦੀ ਪਾਲਣਾ ਮਾਤਾ ਪਿਤਾ ਵਾਲੇ ਸਨੇਹ ਨਾਲ ਹੀ ਕਰਦਾ ਹੈ। ਆਪਣੇ ਜੀ ਜੰਤ ਪ੍ਰਤ ਪਾਰੇ ਜੋ ਬਾਰਕ ਮਾਤਾ ਸੰਭਾਰੇ, ਦੁੱਖ ਭੰਜਨ ਸੁਖ ਸਾਗਰ ਸੁਆਮੀ ਦੇਤ ਸਗਲ ਆਹਾਰੇ ਜੀਓ। ਪੰਨਾ 105। ਅਤੇ ਫਿਰ ਦੇਵਨਹਾਰ ਦਾ ਤਾਰ ਕਿਤ ਮੁਖ ਸਾਲਾਈਏ, ਜਿਸ ਰੱਖੈ ਕਿਰਪਾ ਧਾਰ ਰਿਜਕ ਸਮਹਾਈਐ, ਕੋਏ ਨ ਕਿਸ ਹੀ ਵਸ ਸਭਨਾ ਇੱਕ ਧਰ, ਪਾਲੇ ਬਾਲਕ ਵਾਂਗ ਦੇਖੈ ਆਪ ਘਰ,
ਕਰਦਾ ਅਨੰਦ ਬਨੋਦ ਕਿਛੂ ਨਾ ਜਾਣੀਏ। ਸਰਬ ਧਾਰ ਸਮਰੱਥ ਹਉ ਤਿਸ ਕੁਰਬਾਨੀਏ। ਗਾਈਐ ਰਾਤ ਦਿਨੰਤ ਗਾਵਣ ਜੋਗਿਆ। ਜੋ ਗੁਰ ਕੀ ਪੈਰੀ ਪਾਹੇ ਤਿਨੀ ਹਰ ਰਸ ਭੋਗਿਆ। ਪੰਨਾ 957। ਅਜਿਹੇ ਕਈ ਗੁਰੂ ਫਰਮਾਨਾਂ ਤੋਂ ਛੁੱਟ ਪਰਮਾਤਮਾ ਨੂੰ ਮਾਤ ਪਿਤਾ ਬੰਧਪ ਤੂੰ ਹੈ, ਤੂੰ ਸਰਬ ਨਿਵਾਸ ਪੰਨਾ 818 ਵੀ ਕਿਹਾ ਹੈ। ਜਿਸ ਈਸ਼ਵਰ ਨੂੰ ਦੀਨਾਨਾਥ ਅਨਾਥ ਕਰੁਣਾ ਮੈਂ ਸਾਜਨ ਮੀਤ ਪਿਤਾ ਮਹਤਰੀਆ ਪੰਨਾ 203। ਜਿਸ ਅਕਾਲ ਪੁਰਖ ਨੂੰ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਉ ਸੰਭਲ ਥਕੀ ਜੀ ਉਹ ਕਦੇ ਨਾ ਬੋਲੇ ਕੌਰਾ ਪੰਨਾ 784 ਲਿਖਿਆ ਹੈ। ਜਿਹੜਾ ਪੂਰਨ ਭਗਵਾਨ ਕੌੜਾ ਬੋਲਣਾ ਜਾਣਦਾ ਹੀ ਨਹੀਂ, ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨ ਪੰਨਾ 784। ਅਤੇ ਫਿਰ ਜਿਸ ਪ੍ਰਭੂ ਬਾਰੇ ਸਤਿਗੁਰਾਂ ਨੇ ਇਉਂ ਫਰਮਾਨ ਵੀ ਕੀਤਾ ਹੈ, ਆਪੇ ਮਿਹਰ ਦਇਆਪਤ ਦਾਤਾ ਨਾ ਕਿਸੇ ਕੋ ਬਹਿਰਾਈ ਹੈ ਪੰਨਾ 1022। ਭਾਵ ਪ੍ਰਭੂ ਕਰਤਾਰ ਆਪਣੀ ਕਿਰਤ ਦਾ ਵੈਰੀ ਕਦੇ ਕਿਸੇ ਹਾਲਤ ਵਿੱਚ ਵੀ ਨਹੀਂ ਹੋ ਸਕਦਾ। ਨੰਬਰ 2, ਪ੍ਰਭੂ ਇਸ ਜਗਤ ਨੂੰ ਅੱਖ ਦੇ ਫੁਰਕਣ ਦੇ ਸਮੇਂ ਅੰਦਰ ਨਾਸ਼ ਕਰਕੇ ਮੁੜ ਪਾਲਣਾ ਕਰ ਸਕਦਾ ਹੈ। ਹਰਨ ਭਰਨ ਜਾ ਕਾ ਨੇਤਰ ਫੋਰ ਪੰਨਾ 284। ਪ੍ਰਭੂ ਇੱਕ ਅਜਿਹਾ ਨਾਥ ਹੈ ਜਿਸ ਨੇ ਆਪਣੀ ਸਿਰਜਣਾ ਦੇ ਕਣ ਕਣ ਨੂੰ ਆਪਣੇ ਵਜੂਦ ਵਿੱਚ ਨਥਿਆ ਹੋਇਆ। ਆਪ ਨਾਥ ਨਾਥੀ ਸਭ ਜਾ ਕੀ ਜਪਜੀ ਪੰਨਾ 29। ਭਾਵ ਸ੍ਰਿਸ਼ਟੀ ਦਾ ਦਿਸਦਾ ਅਣਦਿਸਦਾ ਸਾਰਾ ਆਕਾਰ ਪ੍ਰਭੂ ਆਪ ਹੀ ਆਪ ਹੈ। ਪ੍ਰਭੂ ਇੱਕ ਅਜਿਹੀ ਪਰਮ ਸ਼ਕਤੀ ਹੈ ਜਿਸ ਦਾ ਸਾਨੀ ਦੂਜਾ ਹੋਰ ਕੋਈ ਹੈ ਹੀ ਨਹੀਂ। ਸਰਬ ਸ਼ਕਤੀਆਂ ਦੇ ਅਥਾਹ ਭੰਡਾਰ ਉਸ ਕਰਤਾਰ ਨੂੰ ਡਰ ਕਿਸਦਾ। ਨੰਬਰ 3, ਨਾਨਕ ਨਿਰੰਕਾਰੀ ਜੀ ਦੇ ਫਰਮਾਨ ਹਨ, ਜੈਸਾ ਸੇਵੇ ਤੈਸਾ ਹੋਵੇ ਪੰਨਾ 223 ਜਾਂ ਜੈਸਿਉ ਰਾਤਾ ਤੈਸੋ ਹੋਵੇ ਪੰਨਾ 411। ਭਾਵ ਮਨੁੱਖੀ ਸੁਭਾਅ ਦਾ ਇਹ ਅਟਲ ਨਿਯਮ ਹੈ ਕਿ ਜਿਸ ਦਾ ਉਹ ਸਿਮਰਨ ਕਰਦਾ ਹੈ ਅਥਵਾ ਜਿਸ ਨਾਲ ਹਿਰਦੇ ਤੋਂ ਡੂੰਘੇ ਪਿਆਰ ਦੀ ਰੰਗਣ ਵਿੱਚ ਰੰਗਿਆ ਜਾਂਦਾ ਹੈ, ਆਪ ਵੀ ਉਸੇ ਵਰਗਾ ਹੋ ਜਾਂਦਾ ਹੈ। ਪਿਆਰੇ ਦੇ ਗੁਣ ਔਗਣ ਗ੍ਰਹਿਣ ਕਰ ਲੈਣੇ ਪ੍ਰੇਮੀ ਦੇ ਸੁਭਾਅ ਦਾ ਹਿੱਸਾ ਹੈ। ਨੰਬਰ 4, ਪ੍ਰਭੂ ਨਿਰਆਕਾਰ ਹੈ। ਪ੍ਰਭੂ ਦਾ ਚੱਕਰ ਚਿਹਨ ਵਰਨ ਜਾਤ ਰੂਪ ਰੰਗ ਕੁਝ ਨਹੀਂ। ਉਹ ਕਿਸੇ ਗਿਣਤੀ ਜਾਂ ਮਿਣਤੀ ਵਿੱਚ ਨਹੀਂ ਆ ਸਕਦਾ। ਵਰਨਾ ਚਿਹਨਾ ਬਾਹਰਾ ਲੇਖੇ ਬਾਜ ਅਲਖ ਪੰਨਾ 1299। ਪਰਮਾਤਮਾ ਦਾ ਪੰਜ ਭੂਤਕ ਸਰੀਰ ਨਾ ਹੋਣ ਕਰਕੇ ਉਸ ਨੂੰ ਸਰੀਰਕ ਅੱਖੀਆਂ ਨਾਲ ਅੱਜ ਤੱਕ ਕਦੇ ਕਿਸੇ ਨੇ ਨਹੀਂ ਵੇਖਿਆ। ਜੇ ਕਿਉਂ ਹੋਏ ਤਾਂ ਕਹਿ ਦਿਸੇ ਜਾਪੈ ਰੂਪ ਨਾ ਜਾਤ ਪੰਨਾ 1239। ਵੱਡੇ ਵੱਡੇ ਸਿੱਧ ਵੀ ਸਮਾਧੀਆਂ ਲਾ ਲਾ ਕੇ ਥੱਕ ਗਏ ਹਨ, ਪਰ ਈਸ਼ਵਰ ਦੇ ਮਨੁੱਖ ਰੂਪ ਵਿੱਚ ਸਾਖਸ਼ਾਤ ਦਰਸ਼ਨ ਕੋਈ ਨਹੀਂ ਕਰ ਸਕਿਆ। ਅਸਾਂ ਗੁਰਮਤਿ ਦੇ ਇਹਨਾਂ 4 ਸਿਧਾਂਤਾਂ ਨੰਬਰ 1 ਪ੍ਰਭੂ ਨਿਰਵੈਰ ਹੈ, ਨੰਬਰ 2 ਨਿਰਭਉ ਹੈ, ਨੰਬਰ 3 ਡੂੰਘੇ ਪਿਆਰ ਨਾਲ ਸੱਚੇ ਹਿਰਦੇ ਤੋਂ ਜਿਸ ਦਾ ਵੀ ਮਨੁੱਖ ਸਿਮਰਨ ਕਰਦਾ ਰਹੇ, ਸੱਚੇ ਪਿਆਰ ਅਤੇ ਸੱਚੀ ਸ਼ਰਧਾ ਨਾਲ ਜਿਸ ਦੀ ਸੰਗਤ ਕਰੇ, ਮਨੁੱਖ ਆਪ ਵੀ ਉਸੇ ਵਰਗਾ ਹੋ ਜਾਂਦਾ ਹੈ। ਨੰਬਰ 4 ਪਰਮਾਤਮਾ ਨਿਰਆਕਾਰ ਹੈ ਨੂੰ ਧਿਆਨ ਵਿੱਚ ਰੱਖਣਾ ਹੈ। ਗੰਭੀਰਤਾ ਨਾਲ ਅਥਵਾ ਇਕਾਗਰ ਚਿੱਤ ਹੋ ਕੇ ਵਿਚਾਰਨ ਵਾਲਾ ਪੱਖ। ਬ੍ਰਾਹਮਣ ਦੀ ਚਲਾਈ ਹਿੰਦੂ ਨਾਮਕ ਕਰਮਕਾਂਡੀ ਜੀਵਨ ਯੁਗਤ ਭਾਰਤ ਲਈ ਸਭ ਤੋਂ ਪੁਰਾਣਾ ਅਥਵਾ ਮੁੱਢਲਾ ਧਰਮ ਹੈ। ਬ੍ਰਾਹਮਣ ਨੇ ਹਿੰਦੂ ਧਰਮ ਦੇ ਮੂਲ ਮੰਤਰ ਵਿੱਚ ਅਤੇ ਵੇਦਾਂ ਸ਼ਾਸਤਰਾਂ ਆਦਿ ਧਰਮ ਗ੍ਰੰਥਾਂ ਵਿੱਚ ਕਿਸੇ ਥਾਂ ਵੀ ਪਰਮਾਤਮਾ ਨੂੰ ਨਿਰਭਉ ਅਤੇ ਨਿਰਵੈਰ ਨਹੀਂ ਲਿਖਿਆ। ਇਸੇ ਤਰ੍ਹਾਂ ਸੰਸਾਰ ਦੇ ਬਾਕੀ ਧਰਮਾਂ ਦਾ ਮਤ ਵੀ ਇਹੋ ਹੀ ਹੈ ਕਿ ਪਰਮਾਤਮਾ ਦਾ ਨਾ ਕਿਸੇ ਨਾਲ ਵੈਰ ਹੈ ਤੇ ਨਾ ਉਸ ਨੂੰ ਕਿਸੇ ਦਾ ਕੋਈ ਭੈ ਹੋ ਸਕਦਾ। ਇਹੀ ਕਾਰਨ ਹੈ ਕਿ ਸਰਬ ਸ਼ਕਤੀਮਾਨ ਸਿਰਜਣਹਾਰ ਨੂੰ ਉਚੇਚੇ ਤੌਰ ਤੇ ਨਿਰਭਉ ਅਤੇ ਨਿਰਵੈਰ ਲਿਖਣ ਦੀ ਲੋੜ ਕਿਸੇ ਵੀ ਧਰਮ ਆਗੂ ਨੇ ਨਹੀਂ ਸਮਝੀ। ਪਰ ਫਿਰ ਵੀ ਬਾਕੀ ਧਰਮਾਂ ਨਾਲੋਂ ਉਲਟ ਸਤਿਗੁਰਾਂ ਨੇ ਗੁਰਬਾਣੀ ਵਿੱਚ ਪ੍ਰਭੂ ਨੂੰ ਬਾਰ-ਬਾਰ ਨਿਰਭਉ ਅਤੇ ਨਿਰਵੈਰ ਉਚੇਚੇ ਤੌਰ ਤੇ ਲਿਖਿਆ। ਅਜਿਹਾ ਕਰਨ ਵਿੱਚ ਕੀ ਭੇਦ ਹੈ? ਇਸ ਡੂੰਘੀ ਰਮਜ਼ ਨੂੰ ਸਮਝਣ ਲਈ ਗੰਭੀਰਤਾ ਅਤੇ ਇਕਾਗਰਤਾ ਦੀ ਲੋੜ ਹੈ। ਗੁਰੂ ਨਾਨਕ ਸਾਹਿਬ ਜੀ ਆਪਣੀ ਵਡਿਆਈ ਕਰਵਾਉਣ ਲਈ ਆਪਣੇ ਚੇਲੇ ਬਣਾ ਕੇ ਆਪਣੀ ਪੂਜਾ ਕਰਵਾਉਣ ਲਈ
ਕੋਈ ਕਰਮਕਾਂਡੀ ਧਰਮ ਚਲਾਉਣ ਨਹੀਂ ਸਨ ਆਏ। ਉਹ ਤਾਂ ਸਾਰੇ ਸੰਸਾਰ ਦੀ ਮਨੁੱਖਤਾ ਦੀ ਵਿਗੜਦੀ ਜਾ ਰਹੀ ਨੁਹਾਰ ਨੂੰ ਸੁਵਾਰਨ ਆਏ ਸਨ। ਮਨੁੱਖ ਨੂੰ ਉੱਚੇ ਅਤੇ ਸੁੱਚੇ ਆਚਰਨ ਦਾ ਮਾਲਕ, ਨਿਰਭੈ ਅਤੇ ਨਿਰਵੈਰ ਸੰਤ ਸੂਰਮਾ ਬਣਾਉਣਾ ਸੀ। ਉਪਰੋਕਤ ਲਿਖਿਆ ਗੁਰਮਤਿ ਦਾ ਤੀਸਰਾ ਸਿਧਾਂਤ ਧਿਆਨ ਵਿੱਚ ਲਿਆਈਏ। ਸੁਜਾਨ ਸਤਿਗੁਰੂ ਜੀ ਜਾਣਦੇ ਸਨ ਕਿ ਮਨੁੱਖ ਜਿਸ ਨਾਲ ਹਿਰਦੇ ਦੀ ਡੂੰਘਾਈ ਤੋਂ ਸੱਚਾ ਪਿਆਰ ਕਰੇ, ਉਸ ਦੀ ਯਾਦ ਨੂੰ ਕਦੇ ਵੀ ਮਨ ਵਿੱਚੋਂ ਨਹੀਂ ਵਿਸਾਰਦਾ। ਸਤਿਗੁਰਾਂ ਦਾ ਫਰਮਾਨ ਹੈ ਕਿ ਸੱਚੇ ਪ੍ਰੇਮੀ ਲਈ ਪਿਆਰੇ ਤੋਂ ਬਿਨਾਂ ਜ਼ਿੰਦਗੀ ਨਾਲੋਂ ਮੌਤ ਚੰਗੀ ਹੋ ਦਿਸਦੀ ਹੈ। ਜਿਸ ਪਿਆਰੇ ਸਿਉਨੇ ਤਿਸ ਆਗੇ ਮਰ ਚਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨ। ਪੰਨਾ 83। ਸਰਬ ਸ੍ਰੇਸ਼ਟ ਜੀਵਨ ਜੁਗਤ ਬਣਾਉਣ ਲਈ ਸਰਬ ਸ੍ਰੇਸ਼ਟਤਾ ਨਾਲ ਭਾਵ ਅਕਾਲ ਪੁਰਖ ਨਾਲ ਡੂੰਘਾ ਪਿਆਰ ਪਾਉਣ ਦੀ ਲੋੜ ਸੀ। ਮਨੁੱਖ ਦੀ ਕਾਇਆ ਕਲਪ ਕਰਨ ਲਈ ਸਤਿਗੁਰ ਨੇ ਮਨੁੱਖ ਨੂੰ ਸਾਰੇ ਜਗਤ ਦੇ ਮੂਲ ਸਰਬ ਉੱਚ ਗੁਣਾਂ ਦੇ ਸੋਮੇ ਸਿਰਜਣਹਾਰ ਦੇ ਲੜ ਲਾਉਣਾ ਸੀ। ਮਨੁੱਖ ਦੇ ਮਨ ਵਿੱਚ ਪ੍ਰਭੂ ਦਾ ਅਥਾਹ ਪਿਆਰ ਭਰਨ ਲਈ ਹੀ ਗੁਰਮਤਿ ਸਿੱਖਿਆ ਸ਼ਬਦ ਰੂਪ ਰਤਨਾ ਮਾਣਕਾਂ ਨਾਲ ਭਰਪੂਰ ਗੁਰਬਾਣੀ ਰੂਪੀ ਅਥਾਹ ਸਾਗਰ ਦਾ ਨਿਰਮਾਣ ਆਰੰਭਿਆ ਸੀ। ਪ੍ਰਥਮ ਬਾਣੀ ਨਰੋਲ ਉਸੇ ਮੂਲ ਦੀ ਵਿਆਖਿਆ ਸੀ। ਮੂਲ ਦੀਆਂ ਸਿਫਤਾਂ ਵਾਲਾ ਉਪਦੇਸ਼ ਮੂਲ ਮੰਤਰ ਅਥਵਾ ਮੁੱਢਲਾ ਉਪਦੇਸ਼ ਹੀ ਸੀ। ਸੋ ਫਰਮਾਨ ਹੋਇਆ, ਔਖਦ ਮੰਤਰ ਮੂਲ ਮਨ ਏਕੈ, ਜੇਕਰ ਦ੍ਰਿੜ ਚਿਤ ਕੀਜੈ ਰੇ, ਜਨਮ ਜਨਮ ਕੇ ਪਾਪ ਕਰਮ ਕੇ ਕਾਟਣ ਹਾਰਾ ਲੀਜੈ ਰੇ। ਪੰਨਾ 156। ਜਿਸ ਭਾਗਾਂ ਵਾਲੇ ਨੇ ਜਗਤ ਦੇ ਮੂਲ ਦੇ ਗੁਣਾਂ ਦੇ ਗਿਆਨ ਦੀ ਸੋਝੀ ਕਰਵਾਉਣ ਵਾਲੇ ਮੂਲ ਉਪਦੇਸ਼ ਨੂੰ ਦ੍ਰਿੜ ਕਰਕੇ ਹਿਰਦੇ ਵਿੱਚ ਵਸਾ ਕੇ ਮੂਲ ਪ੍ਰਭੂ ਨਾਲ ਸੱਚਾ ਪ੍ਰੇਮ ਪਾ ਲਿਆ, ਉਸ ਕਰਮਾਂ ਵਾਲੇ ਦੇ ਜਨਮ ਜਨਮਾਂਤਰਾਂ ਦੇ ਪਾਪ ਨਾਸ਼ ਹੋ ਗਏ ਅਤੇ ਉਸ ਦੀ ਜੀਵਨ ਜੁਗਤ ਵਿੱਚ ਗੁਰੂ ਬਾਣੀ ਵਿਚਲੇ ਪ੍ਰਭੂ ਦੇ ਸਾਰੇ ਗੁਣ ਆ ਵਸਣੇ ਹਨ। ਕਿਉਂਕਿ ਸਿਧਾਂਤ ਹੈ ਜੈਸਾ ਸੇਵੈ ਤੈਸੋ ਹੋਏ। ਪੰਨਾ 223। ਪ੍ਰਥਮ ਬਾਣੀ ਮੂਲ ਮੰਤਰ ਵਿਚਲੇ ਗੁਣਾਂ ਦਾ ਸਿਮਰਨ ਕਰਦਿਆਂ ਜਿੱਥੇ ਮਨੁੱਖ ਨੇ ਹੋਰ ਦੇਵੀ ਦੇਵਤਿਆਂ ਅਥਵਾ ਅਨੇਕ ਤਰ੍ਹਾਂ ਦੀਆਂ ਕਥਿਤ ਕਰਾਮਾਤੀ ਸ਼ਕਤੀਆਂ ਦੇ ਭਰਮ ਨੂੰ ਭੁੱਲ ਭੁਲਾ ਕੇ ਕੇਵਲ ਇੱਕ ਪਰਮਾਤਮਾ ਇੱਕ ਓਂਕਾਰ ਦਾ ਉਪਾਸ਼ਕ ਬਣਨਾ ਸੀ, ਉੱਥੇ ਸਤਿਨਾਮ ਨੇ ਮਨੁੱਖ ਨੂੰ ਸਦੀਵੀ ਅਟਲ ਸਤ ਨਾਲ ਜੋੜ ਕੇ ਉਸ ਦਾ ਆਚਰਣ ਸਤਵਾਦੀ ਬਣਾ ਕੇ ਹਿਰਦੇ ਵਿੱਚ ਪ੍ਰਭੂ ਦੇ ਨਾਮ ਦੀ ਜੋਤ ਜਗਾ ਦੇਣੀ ਸੀ। ਕਰਤਾ ਦੇ ਜਾਪ ਨਾਲ ਮਨੁੱਖ ਦੇ ਅੰਦਰ ਅਜਿਹੇ ਸਮਾਜ ਦੀ ਉਸਾਰੀ ਕਰ ਲੈਣ ਦਾ ਉਦਮ ਭਰ ਜਾਣਾ ਸੀ, ਜਿਸ ਸਮਾਜ ਦੇ ਲੋਕਾਂ ਵਿੱਚ ਪਰਸਪਰ ਪਿਆਰ, ਸਾਂਝੀਵਾਲਤਾ ਅਤੇ ਇੱਕ ਦੂਜੇ ਦੇ ਦਰਦ ਵੰਡਾਉਣ ਦੀਆਂ ਉਮੰਗਾਂ ਠਾਠਾਂ ਮਾਰ ਰਹੀਆਂ ਹੁੰਦੀਆਂ। ਗੁਰਦੇਵ ਜੀ ਨੇ ਮਨੁੱਖ ਦੇ ਆਚਰਣ ਵਿੱਚ ਪ੍ਰਭੂ ਦੇ ਪੁਰਖ ਗੁਣ ਨੇ ਗਰੀਬ, ਲੋੜਵੰਦ, ਦੁਖੀਏ, ਨਿਤਾਣੇ, ਨਿਆਸਰੇ ਦੁਖਿਆਰਿਆਂ ਦਾ ਦਰਦ ਵੰਡਾਉਂਦਿਆਂ ਹਰ ਥਾਂ ਦਿਸ ਆਉਣ ਦਾ ਪਰਉਪਕਾਰੀ ਗੁਣ ਭਰ ਦੇਣਾ ਸੀ। ਇਸੇ ਤਰ੍ਹਾਂ ਸੰਤ ਸੂਰਮੇ ਮਨੁੱਖ ਨੂੰ ਨਿਰਭਉ ਅਤੇ ਨਿਰਵੈਰ ਬਣਾ ਦੇਣ ਲਈ ਹੀ ਗੁਰਦੇਵ ਜੀ ਨੇ ਪ੍ਰਭੂ ਨੂੰ ਨਿਰਭਉ ਅਤੇ ਨਿਰਵੈਰ ਵੀ ਲਿਖਿਆ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਪੰਨਾ 11। ਜਥਾ ਤੂੰ ਨਿਰਵੈਰ ਸੰਤ ਤੇਰੇ ਨਿਰਮਲ। ਪੰਨਾ 108। ਪੂਰੇ ਮੂਲ ਮੰਤਰ ਦੀ ਵਿਆਖਿਆ ਪੁਸਤਕ ਦੇ 9ਵੇਂ ਭਾਗ ਦੇ ਅਡਰੇ ਲੇਖ ਵਿੱਚ ਹੈ। ਜਿਸ ਸਿਧਾਂਤ ਨੂੰ ਸਪਸ਼ਟ ਕਰਨ ਲਈ ਉੱਪਰਲੀ ਭੂਮਿਕਾ ਬਣਨੀ ਪਈ ਹੈ, ਉਸ ਵੱਲ ਆਈਏ। ਉੱਪਰ ਲਿਖੇ ਚੌਥੇ ਨੰਬਰ ਵਾਲੇ ਸਿਧਾਂਤ ਨੂੰ ਵਿਚਾਰ ਵਿੱਚ ਲਿਆਓ। ਜਿਸ ਪ੍ਰਭੂ ਦਾ ਪੰਜ ਭੂਤਕ ਆਕਾਰ ਹੈ ਹੀ ਕੋਈ ਨਹੀਂ, ਉਸ ਨੂੰ ਬਾਂਕੀਆਂ ਅੱਖਾਂ ਵਾਲਾ, ਸੋਹਣੇ ਦੰਦਾਂ ਅਤੇ ਸੋਹਣੇ ਨੱਕ ਵਾਲਾ ਤੇ ਫਿਰ ਖੂਬਸੂਰਤ ਲੰਬੇ ਕੇਸਾਂ ਵਾਲਾ ਅਥਵਾ ਸੋਹਣੀ ਪਗੜੀ ਵਾਲਾ ਲਿਖਣ ਦਾ ਜਾਂ ਅਜਿਹੇ ਆਕਾਰ ਵਾਲਾ ਚਿੱਤਰਨ ਦਾ ਕੀ ਅਰਥ ਹੈ? ਆਪ ਹੀ ਪ੍ਰਭੂ ਨੂੰ ਨਿਰਆਕਾਰ ਕਹਿ ਕੇ ਉਸ ਨੂੰ ਆਕਾਰਾਂ ਵਾਲਾ ਵੀ ਕੀ ਗੁਰਦੇਵ ਜੀ ਨੇ ਆਪ ਹੀ ਸਿੱਧ ਕਰਨ ਲੱਗ ਪੈਣਾ ਸੀ? ਨਹੀਂ, ਸਾਡੀ ਹੋਸ਼ੀ ਸਮਝ ਧੋਖਾ ਖਾ ਰਹੀ ਹੈ। ਨਿਰਸੰਦੇਹ ਇੱਥੇ ਵੀ ਉਹੀ ਕਾਰਨ ਹੈ ਜਿਸ ਕਰਕੇ ਸਤਿਗੁਰਾਂ ਨੇ ਪ੍ਰਭੂ ਨੂੰ ਨਿਰਵੈਰ ਅਤੇ ਨਿਰਭਉ ਲਿਖਿਆ ਸੀ। ਫਿਰ ਗੁਰਬਾਣੀ ਵਿੱਚ ਸਤਿਗੁਰਾਂ ਨੇ ਸਰੀਰ ਦੀ ਪਾਲਣਾ ਕਰਨ ਦਾ ਉਪਦੇਸ਼ ਵੀ ਕੀਤਾ ਹੈ। ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕੋ ਪਾਲ। ਪੰਨਾ 554। ਇਹ ਸਭ ਕੁਝ ਨੂੰ ਧਿਆਨ ਵਿੱਚ ਰੱਖ ਕੇ ਵਿਚਾਰ ਕਰੀਏ ਤਾਂ ਇਹ ਸਮਝਣ ਵਿੱਚ ਕਸਰ ਨਹੀਂ ਰਹਿ ਜਾਂਦੀ ਕਿ ਮਨੁੱਖ ਦਾ ਆਤਮਿਕ ਸਰੂਪ ਬੜਾ ਸੁੰਦਰ ਵੇਖਣ ਦੇ ਨਾਲ
ਆਪਣੇ ਨਿਆਰੇ ਸੰਤ ਸੂਰਮੇ ਨੂੰ ਬਾਹਰੋਂ ਵੀ ਦਸਤਾਰ ਸਜਾਈ ਹੋਈ ਕੇਸਾਧਾਰੀ, ਅਰੋਗ ਰਿਸ਼ਟ-ਪੁਸ਼ਟ ਅਤੇ ਸੁਨੱਖੀ ਸੂਰਤ ਮੂਰਤ ਵਾਲਾ ਵੇਖਣ ਦੀ ਸੱਧਰ ਗੁਰਦੇਵ ਜੀ ਦੇ ਅੰਦਰੋਂ ਉਛਾਲੇ ਮਾਰ-ਮਾਰ ਪ੍ਰਗਟ ਹੋ ਰਹੀ। ਇਸੇ ਮੰਤਵ ਦੀ ਪੂਰਤੀ ਵਾਸਤੇ ਪ੍ਰਭੂ ਨੂੰ ਮੁੜ-ਮੁੜ ਸੋਹਣੇ ਅਤੇ ਲੰਮੇ ਕੇਸਾਂ ਵਾਲਾ ਕੇਸਵ ਕਹਿੰਦੇ ਗੁਰਦੇਵ ਜੀ ਥੱਕਦੇ ਨਹੀਂ ਹਨ। ਤੇਰੇ ਬੰਕੇ ਲੋਇਣ ਦੰਤ ਰਿਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ। ਪੰਨਾ 567। ਗੁਰੂ ਨਾਨਕ ਸਾਹਿਬ ਜੀ ਦੀ ਜਾਗਤ ਜੋਤ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਾਡੀ ਬਾਂਹ ਫੜੀ ਹਾਜ਼ਰ ਨਾਜ਼ਰ ਹੈ। ਗੁਰੂ ਗ੍ਰੰਥ ਸਾਹਿਬ ਨੇ ਹੋਰ ਥਾਈਂ ਵੀ ਪਰਮਾਤਮਾ ਨੂੰ ਸੋਹਣੇ ਲੰਬੇ ਕੇਸਾਂ ਵਾਲਾ ਕਿਹਾ ਹੈ। ਸ਼ਰਨ ਦੁਖ ਭੰਜਨ ਪੁਰਖ ਨਿਰੰਜਨ, ਸਾਧੂ ਸੰਗਤ ਰਵਣ ਜੈਸੇ, ਕੇਸਵ ਕਲੇਸ਼ ਨਾਸ ਅਗ ਖੰਡਨ, ਨਾਨਕ ਜੀਵਤ ਦਰਸ ਦਿਸੇ। ਪੰਨਾ 829। ਅਰਥ, ਹੇ ਦੁੱਖਾਂ ਦੇ ਨਾਸ਼ ਕਰਨ ਵਾਲੇ, ਹੇ ਸਰਬ ਵਿਆਪਕ, ਹੇ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲੇ, ਮਿਹਰ ਕਰ ਤਾਂ ਕਿ ਜਿਵੇਂ ਵੀ ਹੋ ਸਕੇ ਤੇਰਾ ਦਾਸ ਸਾਧ ਸੰਗਤ ਵਿੱਚ ਟਿਕ ਕੇ ਤੇਰਾ ਸਿਮਰਨ ਕਰਦਾ ਰਹੇ। ਹੇ ਕੇਸ਼ਵ ਭਾਵ ਹੇ ਸੋਹਣੇ ਲੰਬੇ ਕੇਸਾਂ ਵਾਲੇ, ਹੇ ਪਾਪਾਂ ਦੇ ਨਾਸ਼ ਕਰਨ ਵਾਲੇ, ਤੇਰਾ ਦਾਸ ਨਾਨਕ ਤੇਰਾ ਦਰਸ਼ਨ ਕਰਕੇ ਹੀ ਆਤਮਿਕ ਜੀਵਨ ਹਾਸਲ ਕਰਦਾ ਹੈ। ਲੋਭ ਲਹਿਰ ਅਤ ਨੀਜਰ ਬਾਜੈ, ਕਾਇਆ ਡੂਬੈ ਕੇਸਵਾ। ਪੰਨਾ 1196। ਅਰਥ, ਹੇ ਸੋਹਣੇ ਕੇਸਾਂ ਵਾਲੇ ਪ੍ਰਭੂ, ਇਹ ਸੰਸਾਰ ਸਮੁੰਦਰ ਵਿੱਚ ਲੋਭ ਦੀਆਂ ਲਹਿਰਾਂ ਬੜੀਆਂ ਠਾਠਾਂ ਮਾਰ ਰਹੀਆਂ ਹਨ। ਮੇਰਾ ਸਰੀਰ ਇਹਨਾਂ ਵਿੱਚ ਡੁੱਬਦਾ ਜਾ ਰਿਹਾ ਹੈ। ਨਿਰਹਾਰੀ ਕੇਸਵ ਨਿਰਵੈਰਾ, ਕੋਟ ਜਨਾ ਜਾ ਕੇ ਪੂਜੈ ਪੈਰਾ, ਗੁਰਮੁਖ ਹਿਰਦੇ ਜਾ ਕੇ ਹਰ ਹਰ ਸੋਈ, ਭਗਤ ਇਕਾਂਤੀ ਜੀਓ। ਪੰਨਾ 98। ਅਰਥ, ਕਰੋੜਾਂ ਹੀ ਸੇਵਕ ਜਿਸ ਦੇ ਪੈਰ ਪੂਜਦੇ ਹਨ, ਉਹ ਪਰਮਾਤਮਾ ਕੇਸ਼ਵ ਸੋਹਣੇ ਕੇਸਾਂ ਵਾਲਾ ਕਿਸੇ ਨਾਲ ਵੈਰ ਨਹੀਂ ਰੱਖਦਾ ਤੇ ਉਸ ਨੂੰ ਕਿਸੇ ਖੁਰਾਕ ਦੀ ਲੋੜ ਨਹੀਂ। ਗੁਰੂ ਦੀ ਰਾਹੀਂ ਜਿਸ ਮਨੁੱਖ ਦੇ ਹਿਰਦੇ ਵਿੱਚ ਉਹ ਵਸ ਪੈਂਦਾ ਹੈ, ਉਹ ਮਨੁੱਖ ਅਨਨ ਭਗਤ ਬਣ ਜਾਂਦਾ ਹੈ। ਪਿੰਡ ਪੱਤਲ ਮੇਰੀ ਕੇਸੋਂ, ਕਿਰਿਆ ਸੱਚ ਨਾਮ ਕਰਤਾਰ, ਇੱਥੇ ਉੱਥੇ ਆਗੇ ਪਾਛੈ, ਇਹ ਮੇਰਾ ਆਧਾਰ। ਪੰਨਾ 358। ਅਰਥ, ਪੱਤਲਾਂ ਉੱਤੇ ਪਿੰਡ ਭਰਾਣੇ, ਮਨਸਣੇ ਮੇਰੇ ਵਾਸਤੇ ਕੇਸੋ, ਸੋਹਣੇ ਵਾਲਾਂ ਵਾਲੇ ਪਰਮਾਤਮਾ ਦਾ ਨਾਮ ਹੀ ਹੈ। ਮੇਰੇ ਵਾਸਤੇ ਕਿਰਿਆ ਵੀ ਕਰਤਾਰ ਦਾ ਸੱਚਾ ਨਾਮ ਹੀ ਹੈ। ਇਹ ਨਾਮ ਇਸ ਲੋਕ ਵਿੱਚ ਅਤੇ ਪਰਲੋਕ ਵਿੱਚ ਹਰ ਥਾਂ ਮੇਰੀ ਜ਼ਿੰਦਗੀ ਦਾ ਸਹਾਰਾ ਹੈ। ਰੱਬ ਨੂੰ ਬਾਰ-ਬਾਰ ਆਕਾਰ ਰਹਿਤ ਲਿਖਣ ਵਾਲੇ ਗੁਰਦੇਵ ਜੀ ਨੂੰ ਮਨੁੱਖ ਨੂੰ ਸੋਹਣੇ ਤੇ ਲੰਬੇ ਕੇਸਾਂ ਵਾਲੇ ਪ੍ਰਭੂ ਦਾ ਅਨੰਨ ਭਗਤ ਕਿਉਂ ਬਣਾ ਰਹੇ ਹਨ? ਕਿਉਂਕਿ ਨਾਨਕ ਨਿਰੰਕਾਰੀ ਜੀ ਮਨੁੱਖ ਦੇ ਸੀਸ ਤੇ ਸੋਹਣੇ ਲੰਬੇ ਤੇ ਸੁੱਚੇ ਕੇਸ ਵੇਖਣ ਦੇ ਚਾਹਵਾਨ ਸਨ। ਇਸੇ ਤਰ੍ਹਾਂ ਹੀ ਮਨੁੱਖ ਨੂੰ ਦਸਤਾਰ ਵਾਲਾ ਵੇਖਣ ਦੀ ਸੱਧਰ ਦੇ ਕਾਰਨ ਸਤਿਗੁਰਾਂ ਨੇ ਨਿਰਆਕਾਰ ਪ੍ਰਭੂ ਨੂੰ ਸੋਹਣੀ ਪਗੜੀ ਵਾਲਾ ਵੀ ਫਰਮਾਨ ਕੀਤਾ ਹੈ। ਖੂਬ ਤੇਰੀ ਪਗੜੀ ਮੀਠੇ ਤੇਰੇ ਬੋਲ, ਦਵਾਰਕਾ ਨਗਰੀ ਕਾਹੇ ਕੇ ਮਗੋਲ। ਚੰਦੀ ਹਜ਼ਾਰ ਆਲਮ ਏਕਲ ਖਾਨਾ, ਹਮ ਚਿਨੀ ਪਾਤਸ਼ਾਹ ਸਾਂਵਲੇ ਬਰਨਾ। ਪੰਨਾ 727। ਅਰਥ, ਹੇ ਪ੍ਰਭੂ, ਯਾਰ ਤੇਰੀ ਸੋਹਣੀ ਪੱਗ ਹੈ ਤੇ ਤੇਰੇ ਪਿਆਰੇ ਬਚਨ ਹਨ। ਨਾ ਤੂੰ ਸਿਰਫ ਦਵਾਰਕਾ ਵਿੱਚ ਹੈ ਤੇ ਨਾ ਸਿਰਫ ਮੁਸਲਮਾਨੀ ਧਰਮ ਦੇ ਕੇਂਦਰ ਮੱਕੇ ਵਿੱਚ, ਭਾਵ ਤੂੰ ਹਰਥ ਹੈ। ਸ੍ਰਿਸ਼ਟੀ ਦੇ ਹਜ਼ਾਰਾਂ ਮੰਡਲਾਂ ਦਾ ਤੂੰ ਇਕੱਲਾ ਆਪ ਹੀ ਮਾਲਕ ਹੈ। ਹੇ ਪਾਤਸ਼ਾਹ, ਇਹੋ ਹੀ ਸੌਲੇ ਰੰਗ ਵਾਲਾ ਕ੍ਰਿਸ਼ਨ ਹੈ, ਭਾਵ ਕ੍ਰਿਸ਼ਨ ਤੂੰ ਆਪ ਹੀ ਹੈ। ਅਡਰੇ ਤੌਰ ਤੇ ਕ੍ਰਿਸ਼ਨ ਨੂੰ ਰੱਬ ਮੰਨ ਲੈਣ ਦੀ ਸੁੰਦਰ ਸ਼ਬਦਾਂ ਵਿੱਚ ਖੰਡਨਾ। ਸਤਿਗੁਰਾਂ ਦੇ ਸਮੇਂ ਸਿਰ ਤੇ ਦਸਤਾਰ ਦਾ ਹੋਣਾ ਮਾਣ ਸਤਿਕਾਰ ਦਾ ਚਿੰਨ੍ਹ ਸੀ, ਅਥਵਾ ਸਿਰ ਤੇ ਪਗੜੀ ਦਾ ਹੋਣਾ ਸਤਿਕਾਰ ਦਾ ਵਸੀਲਾ ਬਣ ਚੁੱਕਾ ਸੀ। ਸਤਿਗੁਰਾਂ ਨੂੰ ਦਸਤਾਰ ਨਾਲ ਏਡਾ ਪਿਆਰ ਸੀ ਕਿ ਉਹਨਾਂ ਨੇ ਕਰਮਕਾਂਡੀ ਮੁਸਲਮਾਨ ਨੂੰ ਸੰਬੋਧਨ ਕਰਕੇ ਸੱਚ ਦਾ ਉਪਦੇਸ਼ ਦਿੰਦੇ ਸਮੇਂ ਸਾਬਤ ਸੂਰਤ ਰੱਖਣ ਦਾ ਅਤੇ ਸਿਰ ਤੇ ਦਸਤਾਰ ਹੋਣ ਮਾਣ ਸਤਿਕਾਰ ਦਾ ਵਸੀਲਾ ਫਰਮਾਨ ਕੀਤਾ ਹੈ। ਕਾਇਆ ਕਿਰਦਾਰ ਔਰਤ ਜਾਕੀਨਾ, ਰੰਗ ਤਮਾਸ਼ੇ ਮਾਣ ਹਕੀਨਾ, ਨਾਪਾਕ ਪਾਕ ਕਰ ਹਦੂਰ ਹਦੀਸਾ, ਸਾਬਤ ਸੂਰਤ ਦਸਤਾਰ ਸਿਰਾ। ਪੰਨਾ 1084। ਅਰਥ, ਹੇ ਖੁਦਾ ਦੇ ਬੰਦੇ, ਆਪਣੇ ਇਸ ਸਰੀਰ ਨੂੰ ਜਿਸ ਦੀ ਰਾਹੀਂ ਸਦਾ ਚੰਗੇ ਮੰਦੇ ਕਰਮ ਕੀਤੇ ਹਨ, ਆਪਣੀ ਪਤ ਬ੍ਰਤ ਇਸਤਰੀ ਬਣਾ ਤੇ ਵਿਕਾਰਾਂ ਦੇ ਰੰਗ ਤਮਾਸ਼ੇ ਮਾਨਣ ਦੇ ਥਾਂ
ਇਸ ਪਤਿਵ੍ਰਤ ਇਸਤਰੀ ਦੀ ਰਾਹੀਂ ਰੱਬੀ ਮਿਲਾਪ ਦੇ ਰੰਗ ਤਮਾਸ਼ੇ ਮਾਣਿਆ ਕਰ। ਇਹ ਅੱਲਾ ਦੇ ਬੰਦੇ, ਵਿਕਾਰਾਂ ਵਿੱਚ ਮਲੀਨ ਹੋਏ ਰਹੇ ਮਨ ਨੂੰ ਪਵਿੱਤਰ ਕਰਨ ਦਾ ਯਤਨ ਕਰ। ਇਹੀ ਹੈ ਰੱਬੀ ਮਿਲਾਪ ਪੈਦਾ ਕਰਨ ਵਾਲੀ ਸ਼ਰ੍ਹਾ ਦੀ ਕਿਤਾਬ। ਸੁੰਨਤ, ਲਬਾਂ ਕਟਾਉਣ ਆਦਿਕ ਸ਼ਰ੍ਹਾ ਛੱਡ ਕੇ ਆਪਣੀ ਸ਼ਕਲ ਨੂੰ ਜਿਉਂ ਦਾ ਤਿਉਂ ਰੱਖ, ਭਾਵ ਕੇਸ ਕਟਾਉਣੋਂ ਮਨਾਹੀ ਦਾ ਸਪਸ਼ਟ ਫਰਮਾਨ, ਸਿਰ 'ਤੇ ਦਸਤਾਰ ਸਜਾ, ਭਾਵ ਇਹ ਲੋਕ ਪਰਲੋਕ ਵਿੱਚ ਇੱਜ਼ਤ ਦਾ ਵਸੀਲਾ ਬਣ ਜਾਂਦਾ ਹੈ। ਗੁਰਬਾਣੀ ਵਿੱਚ ਦਾੜ੍ਹੀ ਕੇਸਾਂ ਦਾ ਜ਼ਿਕਰ ਹੋਰ ਵੀ ਕਈ ਸ਼ਬਦਾਂ ਵਿੱਚ ਆਇਆ ਹੈ। ਸਤਿਗੁਰ ਆਪਣਾ ਸਦਾ ਸਦਾ ਸੰਭਾਰੇ, ਗੁਰ ਕੇ ਚਰਨ ਕੇਸ ਸੰਗ ਚਾਰੇ। ਪੰਨਾ 387। ਟਹਿਲ ਕਰੂੰ ਤੇਰੇ ਦਾਸ ਕੀ, ਪੱਗ ਝਾੜੂੰ ਬਾਲ, ਕੇਸਾਂ ਕਾ ਕਰ ਬੀਜਨਾ, ਸੰਤ ਚੌਰ ਢੁਲਾਉਂ। ਪੰਨਾ 745। ਕਬੀਰ ਹਾੜ ਜਰੇ ਜਿਉਂ ਲਾਕਰੀ, ਕੇਸ ਜਰੇ ਜਿਉਂ ਘਾਸ, ਇਹ ਜਗ ਜਰਤਾ ਦੇਖ ਕੈ, ਭਇਓ ਕਬੀਰ ਉਦਾਸ। ਪੰਨਾ 1366। ਸੇ ਦਾੜੀਆਂ ਸੱਚੀਆਂ, ਜੇ ਗੁਰ ਚਰਨੀ ਲਾਗਨ, ਆਂਦਨ ਸੇਵਨ ਗੁਰ ਆਪਣਾ, ਆਨ ਦਿਨ ਆਨੰਦ ਰਹਨ, ਨਾਨਕ ਸੇ ਮੂੰਹ ਸੋਹਣੇ, ਸੱਚੇ ਦਰ ਦਿਸਨ। ਪੰਨਾ 1419। ਨੈਣੋ ਨੀਰ ਬਹੈ ਤਨ ਖੀਨਾ, ਭਏ ਕੇਸ ਦੁੱਧਵਾਨੀ। ਪੰਨਾ 659। ਪੁੰਡਰ ਕੇਸ ਕੁਸਮ ਤੇ ਧੌਲੇ, ਸਪਤ ਪਤਾਲ ਕੀ ਬਾਣੀ। ਪੰਨਾ 93। हाड़ जले जैसे लाकड़ी का तूला, केस जले जैसे घास का पूला। पन्ना 870। केस कटा लैण दी विरोधता दे शब्द। मूंड मड़ाया जे गुर पाईऐ, हम गुर कीनी गंगाता। तिरभवन तारण हार सुवामी, एक न चेतस अंदाता। पन्ना 155। अर्थ, जे गंगा दे कंढे सिर मुनाया गुरु मिलदा है, ਭਾਵ ਗੰਗਾ ਦੇ ਕਿਨਾਰੇ ਸਿਰ ਮੁਨਾ ਕੇ ਗੁਰੂ ਧਾਰਨ ਵਾਲਿਓ, ਅਸਾਂ ਤਾਂ ਗੁਰੂ ਨੂੰ ਹੀ ਗੰਗਾ ਮੰਨ ਲਿਆ ਹੈ, ਭਾਵ ਸਾਡੇ ਵਾਸਤੇ ਗੁਰੂ ਹੀ ਮਹਾਪਵਿੱਤਰ ਤੀਰਥ। ਅੰਨਾ ਮਨੁੱਖ ਉਸ ਇੱਕ ਮਾਲਕ ਨੂੰ ਨਹੀਂ ਸਿਮਰਦਾ ਜੋ ਤਿੰਨਾਂ ਭਵਨਾਂ ਨੂੰ ਤਾਰਨ ਦੇ ਸਮਰੱਥ ਹੈ। ਮੂੰਡ ਮੁੰਡਾਏ ਜੋ ਸਿਧ ਪਾਈ, ਮੁਕਤੀ ਭੇਡ ਨਾ ਗਈਆ ਕਾਈ। ਪੰਨਾ 324। ਅਰਥ, ਜੇ ਸਿਰ ਮੁਨਾਇਆ ਸਿੱਧੀ ਮਿਲ ਸਕਦੀ ਹੈ ਤਾਂ ਕੀ ਕਾਰਨ ਹੈ ਕੋਈ ਵੀ ਭੇਡ ਜੋ ਸਾਰੀ ਦੀ ਸਾਰੀ ਮੁੰਨੀ ਜਾਂਦੀ ਹੈ ਹੁਣ ਤਾਈਂ ਮੁਕਤ ਨਹੀਂ ਹੋਈ। ਮੂੰਡ ਮੁੰਡਾਏ ਜਟਾ ਸਿੱਧ ਬਾਂਧੀ, ਮੂੰਹ ਰਹੇ ਅਬਮਾਨਾ, ਮਨੁਆ ਡੋਲੇ ਦਹਿ ਦਿਸ਼ ਧਾਵੈ, ਬਿਨ ਰਤ ਆਤਮ ਗਿਆਨਾ। ਪੰਨਾ 1013। ਅਰਥ, ਕੋਈ ਸਿਰ ਮੁਨਾ ਲੈਂਦਾ ਹੈ, ਕੋਈ ਜਟਾਂ ਸਿਰ 'ਤੇ ਬੰਨ੍ਹ ਲੈਂਦਾ ਹੈ ਅਤੇ ਮੂੰਹ ਧਾਰ ਕੇ ਬੈਠ ਜਾਂਦਾ। ਇਸ ਸਾਰੇ ਭੇਖ ਦਾ ਮਾਣ ਵੀ ਕਰਦਾ, ਪਰ ਪ੍ਰਭੂ ਨਾਲ ਡੂੰਘੀ ਸਾਂਝ ਦੇ ਰੰਗ ਵਿੱਚ ਰੰਗੇ ਜਾਣ ਤੋਂ ਬਿਨਾਂ ਉਸ ਦਾ ਮਨ ਡੋਲਦਾ ਰਹਿੰਦਾ ਹੈ ਅਤੇ ਮਾਇਆ ਦੀ ਤ੍ਰਿਸ਼ਨਾ ਵਿੱਚ ਹੀ ਦਸੀਂ ਪਾਸੀਂ ਦੌੜਦਾ ਫਿਰਦਾ ਹੈ। ਜੋਗ ਨ ਖਿੰਥਾ ਜੋਗ ਨ ਡੰਡੈ, ਜੋਗ ਨ ਭਸਮ ਚੜਾਈਐ, ਜੋਗ ਨ ਮੁੰਦੀ ਮੂੰਡ ਮਨਾਇਐ, ਜੋਗ ਨ ਸਿੰਘੀ ਵਾਈਐ। ਪੰਨਾ 730। ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ, ਜੋ ਕਿਛ ਕੀਆ ਸੋ ਮਨ ਕੀਆ, ਮੂੰਡਾ ਮੂੰਡ ਆ ਜਾਏ। ਪੰਨਾ 1369। ਕੇਸਾਂ ਦੀ ਬੇਅਦਬੀ ਮਨੁੱਖ ਮਾਤਰ ਵਾਸਤੇ ਹੀ ਮਨਾ ਹੈ। ਕੇਸ ਮੁੰਨਣੇ ਪਰਮਾਤਮਾ ਦੀ ਬਖਸ਼ਿਸ਼ ਨੂੰ ਲੈਣ ਤੋਂ ਨਾ ਕਰਨ ਦਾ ਪਾਪ ਹੈ। ਅੱਜ ਦਾ ਮਨੁੱਖ ਕਿਸੇ ਦੋਸਤ ਦਾ ਦਿੱਤਾ ਉਪਹਾਰ ਮੋੜਨਾ ਤਾਂ ਸੱਭਿਅਤਾ ਦੇ ਵਿਰੁੱਧ ਗਿਣਦਾ ਹੈ, ਪਰ ਪਰਮਾਤਮਾ ਦੇ ਅਨਮੋਲ ਤੋਹਫੇ ਕੇਸਾਂ ਨੂੰ ਨਿਤ ਨਵੇਂ ਸੂਰਜ ਵਾਂਗ ਮੋੜਨ ਦੇ ਯਤਨ ਵਿੱਚ ਲੱਗਾ ਸ਼ਰਮ ਨਹੀਂ ਮੰਨਦਾ ਹੈ। ਕੇਸਾਂ ਦਾ ਮੁੰਡਨ ਵਿਪਰਨ ਕੀ ਰੀਤ ਹੈ। ਆਪਣੇ ਆਪ ਨੂੰ ਸਿੱਖ ਸਮਝਣ ਵਾਲਾ ਮੋਨਾ ਮਨੁੱਖ ਇਸ ਪੱਖੋਂ ਵੀ ਗੁਰੂ ਜੀ ਦੀਆਂ ਨਜ਼ਰਾਂ ਵਿੱਚ ਬੇਪਰਤੀਤ ਹੈ। ਕੇਸਾਂ ਤੋਂ ਬਿਨਾਂ ਮਨੁੱਖ ਕਿਸੇ ਹਾਲਤ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਨਹੀਂ ਗਿਣਿਆ ਜਾ ਸਕਦਾ। ਮਨੁੱਖ ਨੂੰ ਕੇਸਾਂ ਵਾਲਾ ਵੇਖਣਾ ਸਤਿਗੁਰੂ ਨਾਨਕ ਜੀ ਪ੍ਰਥਮ ਸਰੂਪ ਤੋਂ ਹੀ ਗੁਰਮਤਿ ਦਾ ਅਟੁੱਟ ਅੰਗ ਮੰਨਿਆ ਜਾ ਚੁੱਕਾ ਹੈ। ਸੋ ਮੋਨੇ ਮਨੁੱਖਾਂ ਦਾ ਇਹ ਕਹਿਣਾ ਕਿ ਮੈਂ ਦਸ਼ਮੇਸ਼ ਜੀ ਦਾ ਸਿੱਖ ਨਹੀਂ, ਗੁਰੂ ਨਾਨਕ ਜੀ ਦਾ ਸਿੱਖ ਹਾਂ, ਗੁਰਮਤਿ ਤੋਂ ਮੂੰਹ ਮੋੜੀ ਰੱਖਣ ਦੀ ਅੜੀ ਫੜ ਬੈਠੇ ਮਨਮੁੱਖਾਂ ਦਾ ਘੜਿਆ ਹੋਇਆ ਇੱਕ ਵਿਅਰਥ ਟੁਚਰ ਹੈ। ਰੇ ਮਨ ਮੇਰੇ ਭਰਮ ਨਾ ਕੀਜੈ, ਮਨ ਮਾਨਿਐ ਅੰਮ੍ਰਿਤ ਰਸ ਪੀਜੈ ਰਹਾਉ। ਪੰਨਾ 153। ਇਹਨਾਂ ਚੌਹਾਂ ਵਿੱਚੋਂ ਕਿਸੇ ਵੀ ਕਰਹਤ ਕਰਨ ਦੀ ਭੁੱਲ ਕਰਨ ਵਾਲਾ ਸਿੰਘ ਪਤਿਤ ਮੰਨਿਆ ਜਾਂਦਾ ਹੈ, ਅਤੇ ਜੇ ਉਹ ਆਪਣੀ ਭੁੱਲ ਤੋਂ ਸ਼ਰਮਿੰਦਾ ਹੋਇਆ
ਮੁੜ ਸਿੱਖ ਧਰਮ ਵਿੱਚ ਸਤਿਕਾਰ ਦੇ ਥਾਂ ਪਾਉਣਾ ਚਾਹੁੰਦਾ ਹੋਵੇ ਤਾਂ ਉਸ ਨੂੰ 5 ਪਿਆਰਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਕੇ ਆਪਣੀ ਕੀਤੀ ਭੁੱਲ ਬਾਰੇ ਸਭ ਕੁਝ ਸੱਚ-ਸੱਚ ਦੱਸ ਕੇ ਖਿਮਾ ਮੰਗਣੀ ਹੁੰਦੀ ਅਤੇ 5 ਪਿਆਰਿਆਂ ਵੱਲੋਂ ਲਾਏ ਡੰਨ ਨੂੰ ਸੱਚੇ ਦਿਲੋਂ ਸਵੀਕਾਰ ਕਰਨਾ ਹੁੰਦਾ ਅਤੇ ਫਿਰ ਦੁਬਾਰਾ ਅੰਮ੍ਰਿਤਪਾਨ ਕਰਕੇ ਗੁਰਮੁਖਾਂ ਵਾਂਗ ਚੜ੍ਹਦੀ ਕਲਾ ਵਾਲਾ ਜੀਵਨ ਜਿਉਣ ਦੀ ਪ੍ਰਤਿੱਗਿਆ ਲੈਣੀ ਹੁੰਦੀ ਹੈ। ਇਹ ਮਨ ਗੁਰ ਕੀ ਸਿੱਖ ਸੁਣ ਪਾਹੇ ਗੁਣੀ ਨਿਧਾਨ, ਸੁਖ ਦਾਤਾ ਤੇਰੇ ਮਨ ਵਸੈ, ਹਉਮੈ ਜਾਏ ਅਭਿਮਾਨ, ਨਾਨਕ ਨਦਰੀ ਪਾਈਐ ਅੰਮ੍ਰਿਤ ਗੁਣੀ ਨਿਧਾਨ। ਪੰਨਾ 851। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 5ਵਾਂ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਚੌਥੇ ਕਾਂਡ ਦਾ 6ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।